ਤੁਸੀਂ ਸੈਟਰਡੇ ਸੰਡੇ ਸਭ ਕੁਝ ਓਪਨ ਕਰ ਰਹੇ ਹੋ, ਸੰਡੇ ਦਾ ਦਿਨ ਤੁਸੀਂ ਛੱਡਤਾ। ਆਈਸਕ੍ਰੀਮ ਪਾਰਲਰ ਤੁਸੀਂ ਖੋਲ੍ਹਣ ਨੂੰ ਤਿਆਰ ਬੈਠੋ ਜਿੱਥੇ ਕਿਸੇ ਬੰਦੇ ਨੇ ਜਾ ਕੇ ਖਾਣਾ ਨਹੀਂ ਹੈ, ਅਗਲੇ ਨੂੰ ਰੋਟੀ ਦੇ ਪੈਸੇ ਮਿਲਦੇ ਨਹੀਂ, ਆਈਸਕ੍ਰੀਮ ਪਾਰਲਰ ਖੋਲ੍ਹਣੇ ਆ। ਅਤੇ ਅਸੀਂ ਕਹਿੰਦੇ ਜਿਹੜੇ ਬੰਦਿਆਂ ਨੇ ਕੰਮ ਕਰਨਾ ਸੰਡੇ ਦਾ ਦਿਨ ਆ ਤਾਂ ਸਾਨੂੰ ਉਹ ਵੀ ਦੇ ਦਿਓ। ਫਿਰ ਪ੍ਰੋਬਲਮ ਕੀ ਹੈ ਜੀ? ਅਸੀਂ ਆਪਣੇ ਆਪ ਨੂੰ ਖੁਦ ਹੀ ਸਾਹਮਣਾ ਤਾਂ ਲੈਟ ਇਟ ਵੀ, ਫਿਰ ਮਰਨਾ ਤਾਂ ਹੈ ਹੀ ਹੈ, ਫਿਰ ਇੱਦਾਂ ਹੀ ਮਰ ਜਾਵਾਂਗੇ। ਜੇ ਬੰਦੇ ਕੋਲ ਪੈਸਾ ਤਾਂ ਵੀ ਉਹਨਾਂ ਦੇ ਇੰਟਰਸਟ ਰੋਕੇ ਜਾ ਰਹੇ ਨੇ, ਕਿਉਂ? ਹਰ ਥਾਂ 'ਤੇ ਆਪਣਾ ਹੀ ਪ੍ਰੋਫਿਟ ਦੇਖ ਰਿਹਾ। ਉੱਥੇ ਬੈਰਲ ਇੰਨਾ ਘੱਟ ਚੱਲਦਾ ਹੈ ਆਪਣਾ ਪੈਟਰੋਲ ਦਾ, ਅਤੇ ਇੱਥੇ ਤੁਸੀਂ 80-80 ਰੁਪਏ ਦਾ ਕਰਦੇ ਪਏ ਹੋ। ਫਿਰ ਤੁਸੀਂ ਕਹਿੰਦੇ ਜੀ ਮੈਂ ਲੋਕਾਂ ਦੇ ਬਾਰੇ ਭਲਾ ਸੋਚਦਾ। ਕਿਹੜੇ ਪਾਸੇ ਭਲਾ ਸੋਚਿਆ? ਸਾਨੂੰ ਇੱਕ ਪਾਸਾ ਤਾਂ ਦੱਸ ਦਿਓ। 10 ਰੁਪਏ ਯੂਨਿਟ ਤੁਸੀਂ ਘਰ ਦੀ ਬਿਜਲੀ ਦਾ ਬਿੱਲ ਕੀਤਾ ਹੋਇਆ, ਬਿਜਲੀ ਸਾਨੂੰ ਟਾਈਮ ਦੇ ਦੇਣੀ ਪੈ ਰਹੀ ਹੈ, ਰੈਂਟ ਸਾਨੂੰ ਟਾਈਮ ਸਿਰ ਦੇਣਾ ਪੈ ਰਿਹਾ, ਲੇਬਰ ਸਾਨੂੰ ਟਾਈਮ ਪੈਸੇ ਦੇਣੇ ਪੈਣੇ, ਸਾਨੂੰ ਕਿੱਥੋਂ ਦੀ ਆਉਣਾ? ਉਹ ਗਵਰਨਮੈਂਟ ਨੇ ਕਦੀ ਸੋਚਿਆ? ਮੈਨੂੰ ਨਹੀਂ ਲੱਗਦਾ। ਮੈਂ ਇਹ ਪੁੱਛਣਾ ਚਾਹੁੰਦੀ ਹਾਂ ਪ੍ਰਸ਼ਾਸਨ ਨੂੰ, ਜਿਸ ਟਾਈਮ 'ਤੇ ਤੁਹਾਡੇ ਕੇਸਿਸ ਸ਼ੁਰੂ ਹੋਏ ਸੀ ਉਦੋਂ ਤਾਂ ਤੁਸੀਂ ਬਹੁਤ ਹਾਰਡ ਸਿਚੁਏਸ਼ਨ ਕ੍ਰੀਏਟ ਕਰਤੀਆਂ ਸੀਗੀਆਂ, ਸਭ ਤੁਹਾਡੇ ਨਾਲ ਸਟੈਂਡ ਕਰ ਰਹੇ ਸੀ। ਹੁਣ ਜਦੋਂ ਤੱਕ ਤੁਹਾਡੇ ਕੇਸਿਸ ਹੈ, ਤੁਸੀਂ ਇੰਡੀਆ ਮੇਰੇ ਮੁਤਾਬਿਕ ਜੋ ਰਿਕਾਰਡ ਦੇ ਮੁਤਾਬਿਕ ਹੈ ਤੁਸੀਂ 3rd ਸਟੇਜ 'ਤੇ ਪਹੁੰਚ ਚੁੱਕੇ ਹੋ, ਮਤਲਬ 3rd ਰੈਂਕ 'ਤੇ ਪਹੁੰਚ ਚੁੱਕੇ ਹੋ ਵਰਲਡ ਦੇ ਲੈਵਲ 'ਤੇ। ਉਦੋਂ ਤੁਸੀਂ ਸਾਰੇ ਪਾਸੇ ਓਪਨ ਕਰ ਰਹੇ ਤਾਂ ਸੰਡੇ ਨੂੰ ਕਿਉਂ ਨਹੀਂ ਕਰ ਰਹੇ? ਜੇ ਮੋਦੀ ਸਰਕਾਰ ਨੇ ਇੱਦਾਂ ਹੀ ਕੀਤਾ ਤਾਂ ਆਈ ਥਿੰਕ ਸੋ ਵੀ ਵਿਲ ਬੀ ਈਵਨ ਆਊਟ ਵੈਰੀ ਸੂਨ। ਅਸੀਂ ਵੀ ਬਾਹਰ ਚਲੇ ਜਾਵਾਂਗੇ। ਹੋਏਗਾ ਕੀ? ਸਾਰੇ ਘਰ ਬੈਠੇ ਹੋਣਗੇ। ਉਸ ਤੋਂ ਬਾਅਦ ਜੇ ਕੋਵਿਡ ਨਾਲ ਨਹੀਂ ਮਰੇ ਤਾਂ ਮੈਨੂੰ ਲੱਗਦਾ ਲੋਕਾਂ ਨੇ ਫਾਹਾ ਲੈ ਕੇ ਹੀ ਆਪਣੇ ਆਪ ਨੂੰ ਮਾਰ ਲੈਣਾ। ਜ਼ੋਮੈਟੋ ਵਗੈਰਾ ਹੁੰਦੇ ਨੇ, ਡਿਲੀਵਰੀ ਦੀ ਓਪਨ ਹੋ ਗਈ, ਤੁਸੀਂ ਕਹਿੰਦੇ ਲੋਕ ਡਰਦੇ ਨੇ ਆ ਕੇ ਖਾਣ ਨੂੰ, ਤਾਂ ਡਿਲੀਵਰੀਜ਼ ਦਾ ਕੀ ਹਾਲ ਚਾਲ ਹੈ? ਕਿ ਡਿਲੀਵਰੀ ਦੇ ਲਈ ਕੋਈ ਆ ਰਿਹਾ? ਕਾਫੀ ਮਤਲਬ ਕਿ 20 to 25% ਦਾ ਹੈਗਾ ਕੰਮ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ ਤੇ ਮੈਂ ਹਾਂ ਗੁਰਦੀਪ ਲੰਮੇ। ਅੱਜ ਅਸੀਂ ਮੌਜੂਦ ਹਾਂ ਐਫ ਬਲਾਕ ਮਾਰਕੀਟ ਦੇ ਵਿੱਚ। ਓਰੀਐਂਟ ਸਿਨੇਮਾ ਦੇ ਨਾਲ ਐਫ ਬਲਾਕ ਮਾਰਕੀਟ ਹੈ। ਇਹ ਉਹ ਮਾਰਕੀਟ ਹੈ ਜਿੱਥੇ ਕਿਸੇ ਟਾਈਮ ਖੜ੍ਹਨ ਦੇ ਲਈ ਜਗ੍ਹਾ ਨਹੀਂ ਹੁੰਦੀ ਸੀ। ਜਦੋਂ ਲੋਕਡਾਊਨ ਪੀਰੀਅਡ ਜਿਹੜਾ ਇੱਥੇ ਚੱਲਿਆ ਤਾਂ ਉਸ ਤੋਂ ਬਾਅਦ ਇੱਥੇ ਰਸ਼ ਘਟ ਗਿਆ ਹੈ, ਕਿਉਂਕਿ ਲੋਕ ਆਉਣ ਤੋਂ ਡਰਦੇ ਨੇ। ਤਾਂ ਇੱਥੇ ਕੁਝ ਫੂਡ ਵਾਲੀਆਂ ਸ਼ਾਪਸ ਵੀ ਮੌਜੂਦ ਨੇ, ਕੁਝ ਕੱਪੜਿਆਂ ਵਾਲੀਆਂ ਸ਼ਾਪਸ ਵੀ ਮੌਜੂਦ ਨੇ। ਤਾਂ ਅੱਜ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ, ਇਹਨਾਂ ਦੇ ਓਨਰਸ ਦੇ ਨਾਲ ਗੱਲਬਾਤ ਕਰਾਂਗੇ ਕਿ ਇਹਨਾਂ ਦੇ ਜਿਹੜੇ ਕਿਸ ਤਰੀਕੇ ਦੇ ਨਾਲ ਹੁਣ ਬਿਜ਼ਨਸ ਚੱਲ ਰਹੇ ਨੇ, ਕਿਉਂਕਿ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਇਹਨਾਂ ਸਾਰਿਆਂ ਦੇ ਬਿਜ਼ਨਸ ਜਿਹੜੇ ਆ ਬਹੁਤ ਜ਼ਿਆਦਾ ਲੋਸ ਦੇ ਵਿੱਚ ਚੱਲ ਰਹੇ ਨੇ ਜਦੋਂ ਦਾ ਲੋਕਡਾਊਨ ਪੀਰੀਅਡ ਸਟਾਰਟ ਹੋਇਆ ਹੈ। ਤਾਂ ਕੁਝ ਕੁ ਇੱਥੋਂ ਦੇ ਓਨਰ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਦੇ ਉਹਨਾਂ ਨਾਲ। ਮੈਮ, ਲਗਾਤਾਰ ਲੋਕਡਾਊਨ ਪੀਰੀਅਡ ਜਾਰੀ ਹੈ, ਤਾਂ ਹੁਣ ਤੱਕ ਕਿੰਨਾ ਕੁ ਲੋਸ ਹੋ ਚੁੱਕਿਆ ਹੈ, ਔਰ ਜਦੋਂ ਦਾ ਟਾਈਮਿੰਗ ਦੀ ਚੇਂਜਿੰਗ ਉਹਦੇ ਵਿੱਚ ਹੁਣ ਹੋਈਆਂ ਨੇ ਤਾਂ ਕੁਝ ਫਰਕ ਪਿਆ ਤੁਹਾਨੂੰ? ਸਰ ਮੈਨੂੰ ਲੱਗਦਾ ਜਿਸ ਦਿਨ ਦਾ ਕੋਵਿਡ ਦੀ ਪ੍ਰੋਬਲਮ ਸ਼ੁਰੂ ਹੋਈ ਹੈ ਉਸ ਦਿਨ ਦਾ ਨੁਕਸਾਨ ਦੇ ਵਿੱਚ ਹੀ ਜਾ ਰਿਹਾ। ਸਟਾਰਟਿੰਗ ਦੇ ਵਿੱਚ ਇਹ ਸੀਗਾ ਕਿ ਘਰ ਬੈਠੇ ਪੈਸੇ ਆਪਣੇ ਪੱਲੋਂ ਦੀ ਲਾਣੇ ਪਏ। ਜਦੋਂ ਵਾਪਸ ਆਇਆ ਉਦੋਂ ਵੀ ਇਹ ਸੀਨ ਸੀਗਾ, ਕਿਉਂਕਿ ਨਾ ਕਸਟਮਰਸ ਆਉਣ ਜੋਗੇ ਸੀ, ਨਾ ਅਸੀਂ ਦਿਖਾਉਣ ਜੋਗੇ ਸੀਗੇ, ਕਿਉਂਕਿ ਸਿਸਟਮ ਸਮਝ ਨਹੀਂ ਆ ਰਿਹਾ ਸੀਗਾ। ਪੁਲਿਸ ਵਾਲੇ ਵੀ ਪ੍ਰੋਪਰਲੀ ਆ ਕੇ ਸਾਨੂੰ ਗਾਈਡ ਨਹੀਂ ਕਰ ਪਾ ਰਹੇ ਸੀ, ਕੋਈ ਸਿਚੁਏਸ਼ਨ ਨਹੀਂ ਸਮਝ ਆ ਰਹੀ ਸੀਗੀ। ਹੁਣ ਇਹ ਸਿਚੁਏਸ਼ਨ ਹੈ ਕਿ ਅਸੀਂ ਆਉਂਦੇ ਹਾਂ, ਬਹਿੰਦੇ ਹਾਂ, 2 ਕਸਟਮਰ ਅਟੈਂਡ ਕੀਤੇ, ਉਸ ਤੋਂ ਬਾਅਦ ਵਾਪਸ ਘਰ ਨੂੰ ਚਲੇ ਜਾਂਦੇ ਹਾਂ। ਰੈਂਟ, ਬਿਜਲੀ ਦਾ ਬਿੱਲ ਜੋ ਵੀ ਉਹ ਸਾਨੂੰ ਪੇ ਕਰਨਾ ਪੈਣਾ, ਬਟ ਸਿਚੁਏਸ਼ਨ ਉੱਦਾਂ ਦੀ ਉੱਦਾਂ ਹੀ ਖੜੀ ਹੈ। ਟਾਈਮਿੰਗ ਦੀ ਗੱਲ ਕੀਤੀ ਜਾਂਦੀ, ਟਾਈਮਿੰਗ ਵੀ ਹੁਣ ਪ੍ਰਸ਼ਾਸਨ ਦੇ ਵੱਲੋਂ ਦੇ ਦਿੱਤੀ ਗਈ ਹੈ, ਜ਼ਿਆਦਾ ਕਰ ਦਿੱਤੀ ਗਈ, 8 ਵਜੇ ਤੱਕ ਕੀਤੀ ਦਿੱਤੀ ਹੈ। ਤਾਂ ਹੁਣ ਕੋਈ ਫਰਕ ਪਿਆ ਵਾ ਕਸਟਮਰਸ ਦੇ ਆਉਣ ਦੇ ਵਿੱਚ? ਮੈਨੂੰ ਲੱਗਦਾ ਹੁਣ ਕਸਟਮਰਸ ਖੁਦ ਹੀ ਇੰਨਾ ਪ੍ਰੀਕੌਸ਼ੀਅਸ ਹੋ ਗਏ ਨੇ ਕਿ ਉਹ ਖੁਦ ਡਰਦੇ ਪਏ ਨੇ, ਕਿਉਂਕਿ ਉਹਨਾਂ ਨੂੰ ਪਤਾ ਵੀ ਪਿੱਛੋਂ ਤਾਂ ਪ੍ਰਸ਼ਾਸਨ ਨੇ ਤਾਂ ਕਿਸੇ ਤਰੀਕੇ ਨਾਲ ਮਦਦ ਕਰਨੀ ਨਹੀਂ ਹੈਗੀ। ਠੀਕ ਹੈ, ਇਹਦੇ ਕਰਕੇ ਉਹ ਖੁਦ ਡਰ ਚੁੱਕੇ ਆ। ਅਸੀਂ ਉਹਨਾਂ ਤੋਂ ਜ਼ਿਆਦਾ ਡਰੇ ਹੋਏ ਹਾਂ। ਸਾਨੂੰ ਡਰ ਲੱਗਦਾ ਕਿ ਜਿਹੜਾ ਬੰਦਾ ਆਉਂਦਾ ਪਿਆ ਉਹ ਦਿੱਲੀ ਵਾਲੇ ਪਾਸੋਂ ਆਉਂਦਾ, ਹਰਿਆਣੇ ਵਾਲੇ ਪਾਸੋਂ ਆਉਂਦਾ, ਕਿੱਥੋਂ ਆਉਂਦਾ, ਅਸੀਂ ਖੁਦ ਵੀ ਡਰ ਚੁੱਕੇ ਹਾਂ। ਤਾਂ ਹੁਣ ਸਿਚੁਏਸ਼ਨ ਉਹੀ ਹੈ ਕਿ ਡੂ ਐਂਡ ਡਾਈ ਵਾਲੀ ਸਿਚੁਏਸ਼ਨ ਹੈ। ਇਹ ਮਾਰਕੀਟ ਦੇ ਵਿੱਚ ਪਹਿਲਾਂ ਮੈਨੂੰ ਨਹੀਂ ਲੱਗਦਾ ਸੀਗਾ ਗੱਡੀ ਲਾਉਣ ਦੀ ਕਿਸੇ ਨੂੰ ਜਗ੍ਹਾ ਮਿਲਦੀ ਸੀਗੀ। ਹੁਣ ਇਹ ਮਾਰਕੀਟ ਖਾਲੀ ਪਈ ਹੈ। ਬੰਦਾ ਆਉਂਦਾ, ਸਿਗਰਟ ਫੂਕ ਕੇ ਚਲਾ ਜਾਂਦਾ। ਕਿਸੇ ਨੂੰ ਜੇ 100 ਰੁਪਏ ਦੀ ਪਲੇਟ ਵੀ ਖਰੀਦਣੀ ਹੋਏ ਨਾ, ਮੈਨੂੰ ਲੱਗਦਾ ਉਹ ਨਹੀਂ ਲੈਂਦਾ ਤਾਂ ਸਾਡੇ ਤੋਂ ਕੱਪੜਾ ਕਿੱਥੋਂ ਲੈ ਕੇ ਆਉਣਾ, ਕਿਉਂਕਿ ਸਭ ਨੇ ਅੰਦਰ ਰਹਿਣਾ। ਅਸੀਂ ਕੱਪੜੇ ਵਾਲੇ ਵਪਾਰੀ ਨਾਲ ਕਈ ਵਾਰ ਗੱਲਬਾਤ ਕੀਤੀ ਸੀ, ਕੋਈ ਜਿਹੜੇ ਵਪਾਰ ਕਰਦੇ ਨੇ ਇਸ ਦਾ, ਤਾਂ ਉਹਨਾਂ ਦਾ ਕਹਿਣਾ ਸੀ ਕਿ ਸ਼ਨੀਵਾਰ ਐਤਵਾਰ ਸਾਨੂੰ ਦੇ ਦਿੱਤਾ ਜਾਵੇ ਤਾਂ ਕਿ ਸਾਡਾ ਜਿਹੜਾ ਬਿਜ਼ਨਸ ਚੱਲਦਾ ਹੀ ਸ਼ਨੀਵਾਰ ਤੇ ਐਤਵਾਰ ਨੂੰ ਆ। ਤਾਂ ਹੁਣ ਸ਼ਨੀਵਾਰ ਦਾ ਦਿਨ ਕਰ ਦਿੱਤਾ ਗਿਆ, ਬਹੁਤ ਜ਼ਿਆਦਾ ਟਾਈਮ ਕਰ ਦਿੱਤੀ ਗਈ ਹੈ। ਇਹਦੇ ਨਾਲ ਕੋਈ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ ਪਿਆ ਹੈਗਾ ਹਾਲੇ ਵੀ? ਮੇਰਾ ਸਿੰਪਲ ਇੱਕ ਵਾਰੀ ਕੁਐਸਚਨ ਆ, ਮੈਂ ਇਹ ਪੁੱਛਣਾ ਚਾਹੁੰਦੀ ਹਾਂ ਪ੍ਰਸ਼ਾਸਨ ਨੂੰ, ਜਿਸ ਟਾਈਮ 'ਤੇ ਤੁਹਾਡੇ ਕੇਸਿਸ ਸ਼ੁਰੂ ਹੋਏ ਸੀ ਉਦੋਂ ਤਾਂ ਤੁਸੀਂ ਬਹੁਤ ਹਾਰਡ ਸਿਚੁਏਸ਼ਨ ਕ੍ਰੀਏਟ ਕਰਤੀਆਂ ਸੀਗੀਆਂ, ਸਭ ਤੁਹਾਡੇ ਨਾਲ ਸਟੈਂਡ ਕਰ ਰਹੇ ਸੀ। ਹੁਣ ਜਦੋਂ ਤੱਕ ਤੁਹਾਡੇ ਕੇਸਿਸ ਹੈ, ਤੁਸੀਂ ਇੰਡੀਆ ਮੇਰੇ ਮੁਤਾਬਿਕ ਜੋ ਰਿਕਾਰਡ ਦੇ ਮੁਤਾਬਿਕ ਹੈ ਤੁਸੀਂ 3rd ਸਟੇਜ 'ਤੇ ਪਹੁੰਚ ਚੁੱਕੇ ਹੋ, ਮਤਲਬ 3rd ਰੈਂਕ 'ਤੇ ਪਹੁੰਚ ਚੁੱਕੇ ਹੋ ਵਰਲਡ ਦੇ ਲੈਵਲ 'ਤੇ। ਉਦੋਂ ਤੁਸੀਂ ਸਾਰੇ ਪਾਸੇ ਓਪਨ ਕਰ ਰਹੇ ਤਾਂ ਸੰਡੇ ਨੂੰ ਕਿਉਂ ਨਹੀਂ ਕਰ ਰਹੇ? ਮੈਂ ਸਿੰਪਲ ਇਹ ਕੁਐਸਚਨ ਪੁੱਛਣਾ ਚਾਹੁੰਦੀ ਹਾਂ। ਤੁਸੀਂ ਸੈਟਰਡੇ ਸੰਡੇ ਸਭ ਕੁਝ ਓਪਨ ਕਰ ਰਹੇ ਹੋ, ਸੰਡੇ ਦਾ ਦਿਨ ਤੁਸੀਂ ਛੱਡਤਾ। ਆਈਸਕ੍ਰੀਮ ਪਾਰਲਰ ਤੁਸੀਂ ਖੋਲ੍ਹਣ ਨੂੰ ਤਿਆਰ ਬੈਠੋ ਜਿੱਥੇ ਕਿਸੇ ਬੰਦੇ ਨੇ ਜਾ ਕੇ ਖਾਣਾ ਨਹੀਂ ਹੈ, ਅਗਲੇ ਨੂੰ ਰੋਟੀ ਦੇ ਪੈਸੇ ਮਿਲਦੇ ਨਹੀਂ, ਆਈਸਕ੍ਰੀਮ ਪਾਰਲਰ ਖੋਲ੍ਹਣੇ ਆ। ਅਤੇ ਅਸੀਂ ਕਹਿੰਦੇ ਜਿਹੜੇ ਬੰਦਿਆਂ ਨੇ ਕੰਮ ਕਰਨਾ ਸੰਡੇ ਦਾ ਦਿਨ ਆ ਤਾਂ ਸਾਨੂੰ ਉਹ ਵੀ ਦੇ ਦਿਓ। ਫਿਰ ਪ੍ਰੋਬਲਮ ਕੀ ਹੈ ਜੀ? ਅਸੀਂ ਆਪਣੇ ਆਪ ਨੂੰ ਖੁਦ ਹੀ ਸਾਹਮਣਾ ਤਾਂ ਲੈਟ ਇਟ ਵੀ, ਫਿਰ ਮਰਨਾ ਤਾਂ ਹੈ ਹੀ ਹੈ, ਫਿਰ ਇੱਦਾਂ ਹੀ ਮਰ ਜਾਵਾਂਗੇ। ਸਰ ਤੁਸੀਂ ਕਹੋਗੇ ਇਸ ਦੇ ਬਾਰੇ, ਜਿਹੜਾ ਸੰਡੇ ਦੀ ਗੱਲ ਕੀਤੀ ਯਾਰ ਵੀ ਸੰਡੇ ਸਾਨੂੰ ਦੇ ਦਿੱਤਾ ਜਾਵੇ, ਤਾਂ ਤੁਹਾਡੀ ਵੀ ਇਹੀ ਮੰਗ ਹੈ ਕਿ ਸੰਡੇ ਓਪਨ ਕਰ ਦਿੱਤਾ ਜਾਵੇ? ਜੀ ਸਰ, ਓਬਵੀਅਸਲੀ ਸਾਨੂੰ ਤਾਂ ਅੱਜ ਤੱਕ ਨਾ ਮਤਲਬ ਜੋ ਵੀ ਗਵਰਨਮੈਂਟ ਦੇ ਸਟੈਪਸ ਹੈ ਉਹਦੇ ਸਮਝ ਨਹੀਂ ਆ ਰਹੇ। ਉਹ ਬਿਲਕੁਲ ਜਿਵੇਂ ਤੁਸੀਂ ਕਹਿ ਸਕਦੇ ਹੋ ਕਿ ਇਟਸ ਲਾਈਕ ਅ ਕਿਡੀ ਸਟੈਪ, ਕਿ ਸਾਡਾ ਮੇਨ ਜੋ ਕੰਮ ਹੁੰਦਾ ਉਹ ਸੰਡੇ ਨੂੰ ਹੁੰਦਾ ਭਾਅ ਜੀ। ਬਟ ਤੁਸੀਂ ਇਹ ਵੀ ਲਾ ਲਓ, ਅਸੀਂ ਡੀ ਗਰੋਥ ਆ ਪਰ ਡੇ ਬਾਅਦ ਸਪੋਜ਼ 10,000 ਸੇਲ ਹੈ ਤਾਂ ਕੱਲ੍ਹ 5,000 ਹੋਏਗੀ, ਉਸ ਤੋਂ ਬਾਅਦ 3,000 ਹੋਏਗੀ, ਫਿਰ 4,000, ਫਿਰ ਉਸ ਤੋਂ ਬਾਅਦ ਸ਼ਟ ਡਾਊਨ।
ਤੁਸੀਂ ਦੇਖੋਗੇ ਮਾਰਕੀਟ ਘੱਟੋ ਘੱਟ 6-7 ਦੁਕਾਨਾਂ ਬੰਦ ਹੋ ਚੁੱਕੀਆਂ ਨੇ। ਦਾ ਥਿੰਗ ਇਜ਼ ਅਸੀਂ ਇਹ ਚਾਹੁੰਦੇ ਹਾਂ, ਜਦੋਂ ਮੈਂ ਬਿਲਕੁਲ ਠੀਕ ਕਹਿ ਰਹੇ ਸੀ ਕਿ ਜਦੋਂ ਇਹ ਜੋ ਮਹਾਮਾਰੀ ਸ਼ੁਰੂ ਹੋਈ ਉਦੋਂ ਲੋਕਾਂ ਨੇ ਸਟੈਂਡ ਲਿਆ, ਲੇਕਿਨ ਹੁਣ ਜਦੋਂ ਮਹਾਮਾਰੀ ਮਤਲਬ ਕੇਸਿਸ ਕਿੰਨੇ ਘੱਟ ਸੀਗੇ, ਹੁਣ ਜੋ ਹੋ ਰਿਹਾ ਕੇਸਿਸ ਵੱਧ ਰਹੇ ਨੇ, ਉਸ ਬਿਆਪ 'ਤੇ ਜੋ ਉਹਨਾਂ ਦੇ ਸਟੈਪ ਚੱਕੇ ਜਾ ਰਹੇ ਨੇ ਉਹ ਬਿਲਕੁਲ ਰੋਂਗ ਨੇ, ਬਿਲਕੁਲ ਗਲਤ ਨੇ। ਅਸੀਂ ਬਿਲਕੁਲ ਵੀ ਨਾ ਸਾਥ ਨਹੀਂ ਦੇਣਾ ਚਾਹੁੰਦੇ, ਬਟ ਦਾ ਥਿੰਗ ਇਜ਼ ਅਸੀਂ ਜਿਵੇਂ ਚਾਹੁੰਦੇ ਜੋ ਉਹਨਾਂ ਨੇ ਡਰ ਦਾ ਮਾਹੌਲ ਕ੍ਰੀਏਟ ਕੀਤਾ ਹੋਇਆ, ਜਿਵੇਂ ਤੁਸੀਂ ਜਾਓਗੇ ਗਲੀਆਂ ਦੇ ਵਿੱਚ ਰਾਹ ਬੰਦ ਕੀਤੇ ਹੋਏ ਨੇ, ਦੁਕਾਨਾਂ ਖੋਲ੍ਹਤੀਆਂ ਰਾਹ ਬੰਦ ਨੇ, ਕਸਟਮਰ ਕਿੱਥੋਂ ਆਊਗਾ? ਅਸੀਂ ਇਹ ਕਹਿਣਾ ਚਾਹੁੰਦੇ ਹਾਂ। ਮੈਮ ਇੱਕ ਗੱਲ ਕੀ ਜਾਂਦੀ ਹੈ ਕਿ ਪਹਿਲਾਂ ਵੀ ਪ੍ਰਸ਼ਾਸਨ ਦੇ ਵੱਲੋਂ ਕਿਹਾ ਗਿਆ ਸੀ ਕਿ ਸੈਟਰਡੇ ਨੂੰ ਵੀ ਲੋਕ ਇਕੱਠੇ ਹੋ ਜਾਂਦੇ ਨੇ, ਸੰਡੇ ਨੂੰ ਵੀ ਲੋਕ ਇਕੱਠੇ ਹੋ ਜਾਂਦੇ ਨੇ, ਤਾਂ ਹੁਣ ਸੈਟਰਡੇ ਵੀ ਖੋਲ੍ਹ ਦਿੱਤਾ ਗਿਆ ਆ, ਤਾਂ ਸੰਡੇ ਤੋਂ ਵੱਲੋਂ ਤੁਹਾਡੀ ਮੰਗ ਕੀਤੀ ਜਾ ਰਹੀ, ਤੁਹਾਨੂੰ ਨਹੀਂ ਲੱਗਦਾ ਹੈ ਕਿ ਮੰਗ ਕਰ ਦਿੱਤੀ ਜਾਊਗੀ, ਓਪਨ ਕਰ ਦਿੱਤਾ ਜਾਊਗਾ, ਲੋਕ ਬਾਹਰ ਆਉਣਗੇ ਫਿਰ ਇਕੱਠੇ ਹੋਣਗੇ, ਇਸ ਦੇ ਨਾਲ ਵੀ ਚਾਂਸਿਸ ਵੱਧ ਸਕਦੇ ਨੇ? ਸਰ ਮੈਨੂੰ ਇੱਕ ਗੱਲ ਸਿੰਪਲ ਜਿਹੀ ਪੁੱਛਣਾ ਚਾਹੁੰਦੀ ਹਾਂ, ਹੁਣ ਵੀ ਜਿੰਨੀ ਦੇਰ ਦਾ ਤੁਹਾਡਾ ਇਹ ਲੋਕਡਾਊਨ ਚੱਲ ਰਿਹਾ, ਜੋ ਵੀ ਚੱਲ ਰਿਹਾ, ਬੰਦੇ ਦਿਖੇ ਕਿੱਥੇ ਨੇ? ਸਿਰਫ ਆਪਣੀ ਗੱਡੀ 'ਚ ਘੁੰਮਦੇ ਨੇ, ਗੇੜਾ ਮਾਰ ਕੇ ਸਾਹ ਲੈ ਕੇ ਚਲੇ ਜਾਂਦੇ ਕਿ ਚਲੋ ਜੀ ਬਾਹਰ ਨਿਕਲੇ ਆ, ਘਰੋਂ ਬਾਹਰ ਨਿਕਲਣ ਦਾ ਇੱਕ ਡਰਾਮਾ ਕਰਤਾ। ਸਾਡੇ ਕੋਲ ਵੀ ਆਉਂਦੇ ਨੇ, 2 ਬੰਦੇ ਆਉਣਗੇ, ਬੈਠਣਗੇ, ਬਾਹਰ ਚਲੇ ਜਾਣਗੇ। ਰਸ਼ ਇੱਥੇ ਨਹੀਂ ਪੈਂਦਾ ਕਿਉਂਕਿ ਲੋਕਾਂ ਨੂੰ ਹੁੰਦਾ ਕਿ ਹਾਈ ਯਾਰ ਰਸ਼ ਹੈ, ਅਸੀਂ ਨਹੀਂ ਰੁਕਣਾ, ਅਸੀਂ ਬਾਹਰ ਜਾ ਰਹੇ ਹਾਂ। ਉਹ ਬਾਅਦ 'ਚੋਂ ਬੰਦਾ ਆਣਾ ਕਿੱਦਾਂ, ਕਿਉਂਕਿ ਕਿਸੇ ਨੇ ਲੈਣਾ ਹੈ ਨਹੀਂ, ਉਹਨੇ ਸਿਰਫ ਇੱਕ ਟੀ-ਸ਼ਰਟ ਲੈਣੀ, ਇੱਕ ਅੰਡਰਵੇਅਰ ਲੈਣਾ, ਆਪਣਾ ਨੀਚੇ ਪਾਉਣ ਵਾਲਾ ਸ਼ਾਰਟਸ ਪਾਉਣਾ, ਦੈਟਸ ਆਲ। ਉਹ ਖੁਦ ਕਹਿੰਦੇ ਅਸੀਂ ਘਰ ਰਹਿਣਾ, ਅਸੀਂ ਆਪਣਾ ਖਰਚਾ ਕੱਢਣਾ, ਅਸੀਂ ਤੁਹਾਡੇ ਤੋਂ ਕੱਪੜੇ ਲੈਣ ਆਈਏ ਜਾਂ ਆਪਣਾ ਰੋਟੀ ਪਾਣੀ ਦਾ ਸਾਂਭੀਏ। ਸੋ ਸਿਚੁਏਸ਼ਨ ਇਸ ਟਾਈਮ ਇੰਨੀ ਜ਼ਿਆਦਾ ਅਨਕੰਫਰਟੇਬਲ ਹੈ ਕਿ ਜੇ ਗਵਰਨਮੈਂਟ ਉੱਥੇ ਬੈਠੀ ਸੋਚ ਰਹੀ ਹੈ ਨਾ ਕਿ ਮੈਂ ਆਹ ਕਰਦਾ ਤੇ ਆਹ ਹੋ ਜਾਊਗਾ, ਆਈ ਥਿੰਕ ਸੋ ਦੇ ਸ਼ੁੱਡ ਕਮ ਔਨ ਟੂ ਦਿਸ ਲੈਂਡ ਐਕਚੁਅਲ 'ਚੋਂ ਇੱਥੇ ਆ ਕੇ ਪਹਿਲਾਂ ਸਰਵਾਈਵ ਕਰਕੇ ਦੇਖਣ ਕਿ ਨੋਰਮਲ ਬੰਦਾ, ਕਾਮਨ ਬੰਦਾ ਸਰਵਾਈਵ ਕਿੱਦਾਂ ਕਰਦਾ। ਉਹਨਾਂ ਨੇ ਸਾਨੂੰ ਇਹ ਕਿਹਾ ਕਿ ਤੁਸੀਂ ਜੀ 3 ਮਹੀਨੇ ਦਾ ਉਹ ਤੁਸੀਂ ਆਪਣਾ ਉਹ ਨਾ ਭਰੋ ਜੀ, ਜਿਹੜੇ ਤੁਹਾਡੇ ਉਹ ਹੈਗੀਆਂ ਨੇ ਜੋ ਵੀ ਤੁਹਾਡੀਆਂ ਆਪਣੀਆਂ ਕਿਸ਼ਤਾਂ ਨੇ ਉਹਨਾਂ ਨੂੰ ਰੋਕਤਾ, ਠੀਕ ਹੈ, ਬਿਨਾਂ ਪੁੱਛੇ ਕਿਸ਼ਤਾਂ ਲੋਕਾਂ ਦੀਆਂ ਰੋਕੀਆਂ ਜਾ ਰਹੀਆਂ ਸਿਰਫ ਔਰ ਸਿਰਫ ਆਪਣੇ ਸੇਕ ਆਫ ਇੰਟਰਸਟ ਨੂੰ ਕਮਾਉਣ ਲਈ। ਜੇ ਬੰਦੇ ਕੋਲ ਪੈਸਾ ਤਾਂ ਵੀ ਉਹਨਾਂ ਦੇ ਇੰਟਰਸਟ ਰੋਕੇ ਜਾ ਰਹੇ ਨੇ, ਕਿਉਂ? ਹਰ ਥਾਂ 'ਤੇ ਆਪਣਾ ਹੀ ਪ੍ਰੋਫਿਟ ਦੇਖ ਰਿਹਾ। ਉੱਥੇ ਬੈਰਲ ਇੰਨਾ ਘੱਟ ਚੱਲਦਾ ਹੈ ਉਹ ਆਪਣਾ ਪੈਟਰੋਲ ਦਾ, ਅਤੇ ਇੱਥੇ ਤੁਸੀਂ 80-80 ਰੁਪਏ ਦਾ ਕਰਦੇ ਪਏ ਹੋ। ਫਿਰ ਤੁਸੀਂ ਕਹਿੰਦੇ ਜੀ ਮੈਂ ਲੋਕਾਂ ਦੇ ਬਾਰੇ ਭਲਾ ਸੋਚਦਾ, ਕਿਹੜੇ ਪਾਸੇ ਭਲਾ ਸੋਚਿਆ? ਸਾਨੂੰ ਇੱਕ ਪਾਸਾ ਤਾਂ ਦੱਸ ਦਿਓ। 10 ਰੁਪਏ ਯੂਨਿਟ ਤੁਸੀਂ ਘਰ ਦੀ ਬਿਜਲੀ ਦਾ ਬਿੱਲ ਕੀਤਾ ਹੋਇਆ, ਬਿਜਲੀ ਸਾਨੂੰ ਟਾਈਮ ਦੇ ਦੇਣੀ ਪੈ ਰਹੀ ਹੈ, ਰੈਂਟ ਸਾਨੂੰ ਟਾਈਮ ਸਿਰ ਦੇਣਾ ਪੈ ਰਿਹਾ, ਲੇਬਰ ਸਾਨੂੰ ਟਾਈਮ ਪੈਸੇ ਦੇਣੇ ਪੈਣੇ, ਸਾਨੂੰ ਕਿੱਥੋਂ ਦੀ ਆਉਣਾ? ਉਹ ਗਵਰਨਮੈਂਟ ਨੇ ਕਦੀ ਸੋਚਿਆ? ਮੈਨੂੰ ਨਹੀਂ ਲੱਗਦਾ। ਗੌਰਮੈਂਟ ਕਹਿੰਦੀ ਵੀ ਸਾਡੇ ਕੋਲ ਤਾਂ ਹਲੇ ਜਿਹੜਾ ਖਜ਼ਾਨਾ ਹੈ ਸਾਡੇ ਉਹ ਭਰਨਾ ਸਾਡੇ ਕੋਲ ਖਾਲੀ ਹੁੰਦਾ ਜਾ ਰਿਹਾ, ਤਾਂ ਕਰਕੇ ਅਸੀਂ ਇਸ ਤਰੀਕੇ ਦੇ ਨਾਲ ਸਾਰਾ ਚੱਲ ਰਿਹਾ ਵਾ। ਸਰ ਜੀ ਮੈਂ ਇੱਕ ਸਿੰਪਲ ਕੁਐਸਚਨ ਪੁੱਛਦੀ ਹਾਂ, ਜਿਸ ਦਿਨ ਮੋਦੀ ਸਰਕਾਰ ਨੇ ਕਿਹਾ ਸੀਗਾ ਕਿ ਸਾਨੂੰ ਪੈਸੇ ਚਾਹੀਦੇ ਨੇ, ਮੈਨੂੰ ਲੱਗਦਾ ਇੱਕ ਲੇਬਰ ਕਲਾਸ ਨੇ ਵੀ 100 ਰੁਪਇਆ 5000 ਰੁਪਇਆ ਕੁਛ ਨਾ ਕੁਛ ਪਾਇਆ, ਖੜੇ ਪੈਰੀ ਉਹਦੇ ਕੋਲ ਕਿੰਨਾ 1000 ਕਰੋੜ ਆਇਆ, ਮੈਨੂੰ ਨਹੀਂ ਲੱਗਦਾ ਕਿਸੇ ਨੂੰ ਨਾ ਪਤਾ ਹੋਏ, ਇਹ ਗੱਲ ਹੋ ਨਹੀਂ ਸਕਦੀ। ਬਟ ਇੱਕ ਸਿੰਪਲ ਕੁਐਸਚਨ ਹੈ, ਵੇਅਰ ਦੈਟ ਮਨੀ ਹੈਜ਼ ਗੋਨ? ਕਿਸੇ ਦੇ ਖਾਤੇ 'ਚ ਨਹੀਂ ਗਿਆ, ਕਿਸੇ ਗਵਰਨਮੈਂਟ ਹਸਪੀਟਲਸ ਨੂੰ ਨਹੀਂ ਮਿਲਿਆ, ਕਿਸੇ ਕੋਲ ਪੀਪੀ ਕਿੱਟਾਂ ਨਹੀਂ ਹੈ, ਕਿਸੇ ਕੋਲ ਕੁਛ ਨਹੀਂ ਹੈ, ਸਾਰੇ ਸਟ੍ਰਾਈਕ ਕਰਦੇ ਪਏ। ਮੈਨੂੰ ਇੱਕ ਕੁਐਸਚਨ ਦੱਸ ਦਿਓ, ਪੈਸਾ ਗਿਆ ਤੇ ਗਿਆ ਕਿਹੜੇ ਪਾਸੇ ਨੂੰ? ਉਹ ਇਨਵਿਜ਼ੀਬਲ ਹੋ ਗਿਆ ਜਾਂ ਕੀ ਹੋਇਆ? ਮੈਂ ਕਹਿੰਦੀ ਹਾਂ ਮੈਨੂੰ ਨਹੀਂ ਮਿਲਿਆ, ਕਿਸੇ ਹੋਰ ਨੂੰ ਨਹੀਂ ਮਿਲਿਆ, ਕਿਸੇ ਦਾ ਤਾਂ ਭਲਾ ਕਰ ਦਿਓ ਯਾਰ। ਕੋਈ ਵੀ ਖੁਸ਼ ਤਾਂ ਹੈ ਹੀ ਨਹੀਂ, ਫਿਰ ਵੀ ਬੰਦੇ ਚੁੱਪ ਹੈ ਕਿਉਂਕਿ ਪਤਾ ਵੀ ਕੁਛ ਹੋਣਾ ਤਾਂ ਹੈ ਨਹੀਂ, ਰੌਲਾ ਪਾ ਲਓ, ਹੋਣਾ ਕੁਛ ਨਹੀਂ ਹੈ। ਤਾਂ ਬੈਟਰ ਹੈ ਕਿ ਅਸੀਂ ਵੀ ਚੁੱਪ ਹਾਂ ਕਿਉਂਕਿ ਅਸੀਂ ਵੀ ਸਰਵਾਈਵ ਕਰ ਰਹੇ, ਸਾਡੇ ਨਾਲ ਦੇ ਹੋਰ ਬੰਦੇ ਸਫਰ ਗਏ ਨੇ। ਗੱਲ ਸਹੀ ਕਹੀਆਂ, 3-4 ਦੁਕਾਨਾਂ ਨਵੀਆਂ ਖੁੱਲੀਆਂ ਸੀਆਂ, ਅੱਜ ਤੱਕ ਮੈਂ ਇੱਥੇ ਕਦੀ ਕੁਛ ਦੇਖਿਆ ਹੀ ਨਹੀਂ ਕਿਉਂਕਿ ਵਿਚਾਰੇ ਆਏ ਬਾਅਦ 'ਚੋਂ ਚੱਲੇ ਪਹਿਲਾਂ ਗਏ ਨੇ। ਉਹ ਸਾਡੀ ਵੀ ਸਿਚੁਏਸ਼ਨ ਇਹੀ ਹੋਣੀ ਹੈ, ਜੇ ਮੋਦੀ ਸਰਕਾਰ ਨੇ ਇੱਦਾਂ ਹੀ ਕੀਤਾ ਤਾਂ ਆਈ ਥਿੰਕ ਸੋ ਵੀ ਵਿਲ ਬੀ ਈਵਨ ਆਊਟ ਵੈਰੀ ਸੂਨ, ਅਸੀਂ ਵੀ ਬਾਹਰ ਚਲੇ ਜਾਵਾਂਗੇ। ਹੋਏਗਾ ਕੀ, ਸਾਰੇ ਘਰ ਬੈਠੇ ਹੋਣਗੇ। ਉਸ ਤੋਂ ਬਾਅਦ ਜੇ ਕੋਵਿਡ ਨਾਲ ਨਹੀਂ ਮਰੇ ਤਾਂ ਮੈਨੂੰ ਲੱਗਦਾ ਲੋਕਾਂ ਨੇ ਫਾਹਾ ਲੈ ਕੇ ਹੀ ਆਪਣੇ ਆਪ ਨੂੰ ਮਾਰ ਲੈਣਾ। ਮੈਮ ਨੇ ਬਿਲਕੁਲ ਸਹੀ ਕਿਹਾ, ਇਹੀ ਹੁੰਦਾ ਉਹਨਾਂ ਨੂੰ ਫਾਹਾ ਲੈ ਕੇ ਮਰਨਾ ਲੋਕਾਂ ਨੇ, ਕਿਉਂਕਿ ਕੰਮ ਕਰਦੇ ਰਹੇ ਨਹੀਂ ਸਰ, ਕੰਮ ਕਰ ਤਾਂ ਨਹੀਂ ਰਹੇ, ਮਗਰ ਸਰਕਾਰ ਸਾਡੇ ਗਵਰਨਮੈਂਟ ਸਾਡੇ ਨਾਲ ਹੁੰਦੀ ਸ਼ਾਇਦ ਮੈਂ ਵੀ ਕੰਮ ਅਸੀਂ ਰਨ ਕਰ ਪਾਉਂਦੇ। ਬਿਲਕੁਲ ਸਹੀ ਗੱਲ ਕਹੀ ਹੈ ਮੈਮ ਨੇ, ਕਿਸੇ ਖਾਤੇ 1 ਰੁਪਈਆ ਨਾ, ਅਸੀਂ ਮੈਂ ਖੁਦ 1000 ਰੁਪਏ ਪਾਇਆ ਸੀ ਮੋਦੀ ਦੇ ਅਕਾਊਂਟ 'ਚ। ਅਸੀਂ ਕਿ ਚਲੋ ਦੇਸ਼ ਲਈ ਸਟੈਂਡ ਲੈਣਾ ਚਾਹੀਦਾ ਬਣਦਾ, ਇੱਥੇ ਤੇ ਲਿਆ ਵੀ ਸੀਗਾ, ਬਟ ਦਾ ਥਿੰਗ ਇਜ਼ ਕਾਮਨ ਬੰਦੇ ਦੇ ਕੌਣ ਸਟੈਂਡ ਲਊਗਾ? ਅਸੀਂ ਇੱਕ ਦੂਜੇ ਨਾਲ ਹੀ ਖੜੇ ਹੋਏ ਹਾਂ। ਇਹ ਕਿੰਨਾ ਕੁ ਸਟੈਂਡ ਲੈਣਗੇ, ਮੈਂ ਕਿੰਨਾ ਕੁ ਸਟੈਂਡ ਲੈ ਲਾਂਗਾ? ਜਿੱਥੇ ਤੱਕ ਹੋਊਗਾ ਕਰਾਂਗੇ, ਜਿੱਥੇ ਤੱਕ ਨਹੀਂ ਹੋਊਗਾ ਫਿਰ ਆਪਣੇ ਰਾਹ ਦੇਖਾਂਗੇ। ਸਾਨੂੰ ਤਾਂ ਮੈਨੂੰ ਤਾਂ 5 ਮਹੀਨੇ ਹੋਏ ਸੀਗੇ, 2 ਮਹੀਨੇ ਠੀਕ ਚੱਲਿਆ ਕੰਮ, ਉਸ ਤੋਂ ਬਾਅਦ ਇਹ ਹਾਲ ਹੋ ਗਿਆ। ਨਾ ਰੈਂਟ ਚਾਰਜਸ ਘੱਟ ਹੋਏ, ਨਾ ਮੇਰੀ EMI ਰੋਕੀਆਂ ਗਈਆਂ, ਸਾਰਾ ਕੁਝ ਮੇਰਾ ਜੋ ਗਵਰਨਮੈਂਟ ਨੂੰ ਮੈਂ ਦੇਣਾ ਉਹ ਪ੍ਰੋਸੈਸ ਬਿਲਕੁਲ ਉੱਦਾਂ ਹੀ ਚੱਲ ਰਿਹਾ, ਐਜ਼ ਇਟ ਇਜ਼ ਹੀ ਚੱਲ ਰਿਹਾ। ਬਟ ਦਾ ਥਿੰਕ ਜੋ ਮੇਰੀ ਇਨਕਮ ਸੋਰਸ ਹੈ ਉਹ ਬਿਲਕੁਲ ਬੰਦ ਹੋ ਚੁੱਕਿਆ, ਪਲੱਸ ਇੰਟਰਸਟ ਜੋ ਮੇਰਾ ਇਨਕਮ ਸੋਰਸ ਹੈ ਉਹ ਬਿਲਕੁਲ ਸਟਾਪ ਹੋ ਚੁੱਕਿਆ। ਜੋ ਮੇਰੀ EMIs ਹੈ ਉਹ ਬਿਲਕੁਲ ਐਜ਼ ਇਟ ਇਜ਼ ਹੀ ਜਾ ਰਹੀਆਂ, ਜੋ ਮੈਂ ਪਹਿਲਾਂ ਦਿੰਦੀ ਨੋਰਮਲ ਡੇ ਦੇ ਵਿੱਚ। ਤਾਂ ਇਹਦੇ ਬਾਰੇ ਕੁਝ ਸਰਕਾਰ ਨੂੰ ਸੋਚਣਾ ਚਾਹੀਦਾ। ਹੁਣ ਇਹ ਹੋ ਗਈ ਕੱਪੜਿਆਂ ਦੀ ਗੱਲਬਾਤ ਹੋ ਗਈ, ਤਾਂ ਹੁਣ ਰੈਸਟੋਰੈਂਟਸ ਦਾ ਕੀ ਹਾਲ ਚਾਲ ਹੈ? ਡਾਈਨ ਇਨ ਕਰ ਦਿੱਤਾ ਗਿਆ, ਅੰਦਰ ਬੈਠ ਕੇ ਖਾ ਸਕਦੇ, ਤਾਂ ਕੋਈ ਆ ਰਿਹਾ? ਕੋਈ नहीं आ रहे, बिल्कुल नहीं आ रहे सर, बुरा हाल हो गया है। कोई खाने पीने कोई आने पड़े, पहले बंदे ऐसे घूम के जो मैडम ने बात की वही बिल्कुल परफेक्ट बात वही है, जो घूम के आते हैं चला जाते हैं, 2 सिगरेट पीते चला जाते हैं बस। ਅੱਛਾ, ਇੱਥੇ ਆਉਂਦੇ ਨੇ ਤਾਂ ਆਰਡਰ ਬੈਠ ਕੇ ਗੱਡੀ 'ਚ ਵੀ ਆਰਡਰ ਨਹੀਂ ਦਿੰਦੇ? लेते ही नहीं है, डर के मारे फिर भाग जाते हैं बस। कोई है जीरो हो गया हमारे काम, बिल्कुल ही नहीं है। ਤੇ ਹੁਣ ਜਿਹੜਾ ਰੈਂਟ ਦੀ ਗੱਲ ਕੀਤੀ ਜਾਂਦੀ ਹੈ, ਰੈਂਟ ਵੀ ਦੇਣਾ ਪੈਂਦਾ ਹੋਊਗਾ, ਬਿਜਲੀ ਦੇ ਸਾਰਾ ਕੁਝ? नहीं है, छोड़ते नहीं, कहते मैं क्या करूँ, तो सरकार ने क्या बंदा हमारा क्या, हमारे तरह चलना चाहिए। ਗੱਲਬਾत ਕਰਨ ਦੀ ਕੋਸ਼ਿਸ਼ ਕੀਤੀ ਸੀ ਕੋਈ ਰੈਂਟ ਦੇ ਬਾਰੇ? बातें नहीं मान रहे, सुन ही नहीं रहे, मैं क्या करूँ, सीधे सिंपल कहते मैं भी लिया लोन पे, मैं लोन कहाँ से दूँ? सब कुछ यही बोल रहे हैं, हम क्या करेंगे? ਤੇ ਸਰ ਤੁਸੀਂ ਕੀ ਕਹੋਗੇ ਇਸ ਦੇ ਬਾਰੇ? ਡਾਈਨ ਇਨ ਸਟਾਰਟ ਹੋ ਗਿਆ, ਡਾਈਨ ਇਨ ਦਾ ਕੋਈ ਫਰਕ ਪਿਆ ਵਾ ਕਰਨ ਦੇ ਬਾਅਦ? ਸਭ ਤੋਂ ਪਹਿਲਾਂ ਅਗਰ ਕਸਟਮਰ ਆਏਗਾ ਮਾਰਕੀਟ ਵਿੱਚ ਤੇ ਤਾਂ ਹੀ ਮਤਲਬ ਫਾਰਵਰਡ ਹੋਏਗਾ ਸਾਰਾ, ਕਸਟਮਰ ਆ ਹੀ ਨਹੀਂ ਰਿਹਾ ਡਰਦੇ ਮਾਰੇ, ਠੀਕ ਹੈ ਨਾ।
ਪਲੱਸ ਇੱਕ ਵੱਡੀ ਚੀਜ਼ ਹੈ ਵੀ ਜਦੋਂ ਕੋਵਿਡ ਸਟਾਰਟ ਹੋਇਆ ਵਾ ਤੇ ਉਸ ਤੋਂ ਬਾਅਦ ਲੇਬਰ ਦੀ ਸਾਨੂੰ ਕਾਫੀ ਪ੍ਰੋਬਲਮ ਆ ਰਹੀ ਆ। ਜਿੰਨੀ ਵੀ ਲੇਬਰ ਸੀ ਸਾਡੇ ਕੋਲ ਪਹਿਲਾਂ ਵੀ ਉਹ ਸਾਰੀ ਚਲ ਗਈ ਵਾਪਸ, ਨਾ ਕੋਈ ਬੰਦੇ ਵਾਪਸ ਆ ਰਹੇ ਆ। ਮੇਰੇ 4 ਬੰਦੇ 2 ਬੰਦੇ ਬੰਦ ਪਈਆਂ ਜਸਟ ਬਿਕੋਜ਼ ਆਫ ਲੇਬਰ। ਤੇ ਹੁਣ ਜਿਵੇਂ ਗੱਲ ਕਰਦੇ ਆ ਜ਼ੋਮੈਟੋ ਵਗੈਰਾ ਹੁੰਦੇ ਨੇ, ਡਿਲੀਵਰੀ ਦੀ ਓਪਨ ਹੋ ਗਈ, ਤੁਸੀਂ ਕਹਿੰਦੇ ਲੋਕ ਡਰਦੇ ਨੇ ਆ ਕੇ ਖਾਣ ਨੂੰ, ਤਾਂ ਡਿਲੀਵਰੀਜ਼ ਦਾ ਕੀ ਹਾਲ ਚਾਲ ਹੈ? ਕਿ ਡਿਲੀਵਰੀ ਦੇ ਲਈ ਕੋਈ ਆ ਰਿਹਾ? ਸਰ ਦੇਖੋ ਵੀ ਜਿਹੜੇ ਹੁਣ ਅੱਗੇ ਜਿਹੜੇ ਕਸਟਮਰ ਆ ਉਹ ਵੀ ਹੈਸਟੇਟ ਕਰਦੇ ਡਿਲੀਵਰੀ ਤੋਂ ਵੀ। ਜਦੋਂ ਜਾਂ ਕੋਈ ਡਿਲੀਵਰੀ ਬॉय ਆ ਜੇ ਉਹਨੂੰ ਨਾ ਕੋਰੋਨਾ ਪੋਜ਼ਿਟਿਵ ਆ ਜਾਵੇ ਉਹ ਤੋਂ ਵੀ ਕਸਟਮਰ ਹੈਸਟੇਟ ਕਰ ਰਹੇ ਆ ਕਾਫੀ। ਮਤਲਬ ਕਿ 20 to 25% ਰਹਿ ਰਿਹਾ ਕੰਮ ਆਫਟਰ ਕੋਵਿਡ। ਹੁਣ ਤਾਂ ਰੈਸਟੋਰੈਂਟ ਦੀ ਟਾਈਮਿੰਗ ਵੀ 9 ਵਜੇ ਤੱਕ ਹੋ ਗਈ ਆ। ਉਸ ਤੋਂ ਬਾਅਦ ਕਈ ਵਾਰ ਲੋਕ ਹੁੰਦੇ ਨੇ ਰਾਤ ਨੂੰ ਖਾਣ ਵਾਲੇ ਆਉਂਦੇ ਨੇ, ਤਾਂ ਉਹਦਾ ਵੀ ਕੋਈ ਫਰਕ ਨਹੀਂ ਪੈ ਰਿਹਾ ਹੈਗਾ? ਨਹੀਂ ਫਿਲਹਾਲ ਤਾਂ ਨਹੀਂ ਪਿਆ ਕੋਈ ਫਰਕ ਹਲੇ। ਬਾਕੀ ਜਦੋਂ ਤਾਂ ਸਿਚੁਏਸ਼ਨ ਨੋਰਮਲ ਹੋਈ ਆ ਵੀ ਫਿਲਹਾਲ ਕੋਈ ਨਹੀਂ ਫਰਕ ਪਿਆ ਹਲੇ। ਵੀ ਮੁੱਕਦੀ ਗੱਲ ਇਹੋ ਹੀ ਆ ਵੀ ਜਿਹੜਾ ਕਸਟਮਰ ਹੈਸਟੇਟ ਕਰ ਰਿਹਾ ਵੀ ਬਾਹਰ ਨਿਕਲਣ ਤੋਂ ਵੀ, ਡਿਲੀਵਰੀ ਤੋਂ ਵੀ ਕਰ ਰਿਹਾ ਸਟੇਟ ਵੀ ਕਿਹੜਾ ਲੜਕਾ ਆਏਗਾ ਡਿਲੀਵਰ ਕਰਨ, ਕੋਈ ਕਿਤੇ ਉਹਨੂੰ ਕੋਈ ਪੋਸਟਰ ਤਾਂ ਨਹੀਂ ਹੋਏਗਾ। ਇਸ ਕਰਕੇ ਵੀ ਹਾਲੇ ਕੋਈ ਮਤਲਬ ਕਿ ਤਾਂ ਇਸ ਤਰੀਕੇ ਦੇ ਨਾਲ ਗੱਲਬਾਤ ਕੀਤੀ ਹੈ ਅਸੀਂ ਮਾਰਕੀਟ ਦੇ ਵਿੱਚ। ਤਾਂ ਇਹੀ ਕਹਿਣਾ ਹੈ ਇਹਨਾਂ ਦੇ ਓਨਰਸ ਦਾ ਕਿ ਚਾਹੇ ਕੱਪੜੇ ਦਾ ਵਪਾਰ ਹੋਵੇ, ਚਾਹੇ ਰੈਸਟੋਰੈਂਟਸ ਦਾ ਕੰਮ ਹੋਵੇ, ਤਾਂ ਸਰਕਾਰ ਦੇ ਵੱਲੋਂ ਜਿੰਨੇ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਉਸ ਦੇ ਅਕੋਰਡਿੰਗ ਹਮੇਸ਼ਾ ਇਹਨਾਂ ਨੂੰ ਲੋਸ ਚੱਲਣਾ ਪਿਆ। ਤਾਂ ਸਰਕਾਰ ਨੂੰ ਔਰ ਪ੍ਰਸ਼ਾਸਨ ਨੂੰ ਇਹਨਾਂ ਦੇ ਲਈ ਕੋਈ ਕਿਸੇ ਤਰ੍ਹਾਂ ਦਾ ਕੋਈ ਪ੍ਰਬੰਧ ਕਰਨਾ ਚਾਹੀਦਾ ਹੈ ਕਿ ਕਸਟਮਰਸ ਜਿਹੜੇ ਨੇ ਆਉਣ ਤੋਂ ਡਰਦੇ ਨੇ ਸ਼ਾਪਸ ਦੇ ਅੰਦਰ, ਕਿਉਂਕਿ ਕੋਵਿਡ ਦੇ ਕਰਕੇ ਬਹੁਤ ਸਾਰੇ ਲੋਕ ਜਿਹੜੇ ਪ੍ਰੀਕਾਸ਼ਨਸ ਲੈ ਕੇ ਜ਼ਰੂਰ ਬਾਹਰ ਨਿਕਲਦੇ ਨੇ, ਲੇਕਿਨ ਫਿਰ ਵੀ ਅੰਦਰ ਐਂਟਰ ਹੋਣ ਲੱਗੇ ਉਹ ਡਰਦੇ ਨੇ ਕਿ ਸਾਨੂੰ ਕਿਤੇ ਗਲਤੀ ਦੇ ਨਾਲ ਇਨਫੈਕਟ ਨਾ ਹੋ ਜਾਏ। ਤਾਂ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਲੋਸ ਜਿਹੜਾ ਰੋਜ਼ ਚੱਲਣਾ ਪੈ ਰਿਹਾ। ਤਾਂ ਸਰਕਾਰ ਦੇ ਵੱਲੋਂ ਇਹਨਾਂ ਦੇ ਵੱਲੋਂ ਸਰਕਾਰ ਨੂੰ ਜਿਹੜੀ ਅਪੀਲ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਲਈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੋਈ ਹੈਲਪ ਕੀਤੀ ਜਾਵੇ। ਤਾਂ ਵਧੇਰੇ ਅਪਡੇਟਸ ਜੁੜੇ ਰਹੋ ਲੁਧਿਆਣਾ ਟਾਈਮਸ ਨਾਲ। ਕੈਮਰਾਮੈਨ ਸਤਵੰਤ ਮਥਾੜੂ ਦੇ ਨਾਲ ਗੁਰਦੀਪ ਲੰਮੇ, ਲੁਧਿਆਣਾ ਟਾਈਮਸ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਸ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।